ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਤੇ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਰਾਂਗੇ। ਅੱਜ ਦੀਪ ਸਿੱਧੂ ਦੀ ਪੇਸ਼ੀ ਸੀ ਦਿੱਲੀ ਦੀ 30 ਹਜ਼ਾਰੀ ਕੋਰਟ ਦੇ ਵਿੱਚ। ਦੀਪ ਸਿੱਧੂ ਦੀ ਪੇਸ਼ੀ ਸੀ। ਦੱਸ ਦਈਏ ਕਿ 12 ਤਰੀਕ ਦੇ ਉੱਤੇ ਜਿਹੜੀ ਪੇਸ਼ੀ ਸੀ ਇਸ ਦੇ ਵਿੱਚ ਦੀਪ ਸਿੱਧੂ ਦੀ ਜ਼ਮਾਨਤ ਦੇ ਉੱਤੇ ਚਰਚਾ ਹੋਣੀ ਸੀ, ਪਰ ਇਹ ਚਰਚਾ ਦੀਪ ਸਿੱਧੂ ਦੇ ਨਾਲ ਆਨਲਾਈਨ ਹੀ ਹੋਈ ਹੈ। ਭਾਵ ਕਿ ਦੀਪ ਸਿੱਧੂ ਨੂੰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕੋਰਟ ਦੇ ਵਿੱਚ ਪੇਸ਼ ਨਹੀਂ ਹੋਣ ਦਿੱਤਾ ਗਿਆ, ਬਲਕਿ ਆਨਲਾਈਨ ਇਹ ਪੇਸ਼ੀ ਹੋਈ ਹੈ, ਜਿਸ ਪੇਸ਼ੀ ਦੇ ਵਿੱਚ ਹੁਣ ਅਗਲੀ ਤਰੀਕ ਦੀਪ ਸਿੱਧੂ ਨੂੰ ਮਿਲ ਚੁੱਕੀ ਹੈ। ਦੱਸਦੀ ਕਿ ਫੈਸਲਾ ਹੋਣਾ ਹੈ 15 ਤਰੀਕ ਦੇ ਲਈ। ਇਹ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ। ਅੱਜ ਸਾਰੀਆਂ ਵਿਚਾਰ ਚਰਚਾਵਾਂ ਇਸ ਕੇਸ ਦੇ ਵਿੱਚ ਹੋ ਚੁੱਕੀਆਂ ਨੇ। 15 ਤਰੀਕ ਨੂੰ ਫੈਸਲਾ ਦਿੱਲੀ ਦੀ 30 ਹਜ਼ਾਰੀ ਕੋਰਟ ਨੇ ਦੇਣਾ ਹੈ, ਜਿਸ ਦੇ ਵਿੱਚ ਦੀਪ ਸਿੱਧੂ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ, ਇਸ ਬਾਰੇ ਚਰਚਾ ਹੋ ਜਾਣੀ ਹੈ ਕਿ ਆਖਰਕਾਰ ਦੀਪ ਸਿੱਧੂ ਇਸ ਮਾਮਲੇ ਦੇ ਵਿੱਚ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆ ਰਹੇ ਨੇ। ਇਸ ਨੂੰ ਲੈ ਕੇ ਸਿੱਧਾ ਚੱਲਦੇ ਹਾਂ। ਸਾਡੇ ਪੱਤਰਕਾਰ ਕਮਲ ਕਾਂਸਲ ਮੌਜੂਦ ਨੇ ਦਿੱਲੀ ਦੇ ਵਿੱਚ। ਉਹਨਾਂ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਇਸ ਮਾਮਲੇ ਦੇ ਉੱਤੇ ਚਰਚਾ ਕੀਤੀ ਗਈ ਹੈ ਕਿ ਕੁਝ ਹਾਲਾਤ ਸੀ ਉਸ ਵਕਤ ਕੋਰਟ ਦੇ ਵਿੱਚ ਅਤੇ ਕਿਹੋ ਜਿਹੇ ਆਰਗੂਮੈਂਟ ਹੋਏ ਨੇ। ਇਹ ਸਾਰਾ ਕਮਲ ਕਾਂਸਲ ਹੋਣਾ ਤੋਂ ਜਾਣਦੇ ਹਾਂ। ਕਮਲ, ਕਿਹੋ ਜਿਹੇ ਜਿਹੜੇ ਆਰਗੂਮੈਂਟ ਇਸ ਦਿਨ ਦੇ ਉੱਤੇ ਰਹੇ ਨੇ ਤੇ ਅਗਲੀ ਤਰੀਕ जो मिली है उस दिन की कुछ हो सकता है? बिल्कुल अपने दर्शकों को था जिस सिद्धू का मामला आज 30 हजारी कोर्ट में था, और कोर्ट में जिस तरीके से आज सुबह करीब 12 बजे के आसपास सुनवाई हुई है, और इस सुनवाई में जिस तरीके से दिल्ली पुलिस की तरफ से जो है दिल्ली पुलिस ने एक जमानत का विरोध किया। उन्होंने कहा है कि दीप सिद्धू से अभी जो है पूछताछ चल रही है, और अभी ऐसे में अगर जमानत दी जाती है तो कहीं ना कहीं सबूतों के साथ छेड़छाड़ हो सकती है। और साथ ही साथ दिल्ली पुलिस की तरफ से कहा कि हमने इनकी कई इंटरव्यू और वीडियो देखी है जिसमें दीप सिद्धू कहते हुए नजर आ रहा है कि हमें लाल किले पर जाना है और वहाँ पर जो निशान साहिब है उसका झंडा जो है फहराना है। इन कई मामलों को लेकर जो है आज जो कोर्ट के अंदर दिल्ली पुलिस के वकील ने जो है ये सब चीजें रखी है, तो अब इनकी जमानत पर जो है फैसला सुरक्षित रख लिया गया है, और अब इसकी सुनवाई जो है 15 तारीख को होगी। तो अगर पिछली सुनवाई की बात करें तो पिछली सुनवाई पर जो है दीप सिद्धू के वकील ने जो है कई तथ्य कोर्ट के सामने रखे थे। उन्होंने कहा था कि जिस तरीके से 26 जो जनवरी में जिस तरीके से स्पीच हुई है वो सिर्फ उन्होंने एक आम आदमी की तरह की, ना कि एक किसान नेता की तरह, क्योंकि वो किसान नेता नहीं है, वो एक आम नागरिक है। इसका के साथ उन्होंने कहा था कि जिस तरीके से जो अगर 26 जनवरी का जो वीडियो में लाल किले पर जो दीप सिद्धू को देखा गया है, निशान साहिब का झंडा फहराने के लिए युवराज सिंह को प्रेरित किया गया है, तो ये सारी चीजें जो है सामने रखी है। और 26 जनवरी को दीप सिद्धू ने एक इंटरव्यू में कहा था कि बैरिकेडिंग तोड़कर आए थे, हम बैरिकेडिंग से नहीं डरती। तो ये सारी चीजों को जो है तथ्यों को जो 30 जारी कोर्ट है उसके सामने रखा गया, और अब जो फैसला है वो सुरक्षित रख लिया गया है, और अब इस फैसले पर जो डिसीजन है वो 15 अप्रैल को शाम 5 बजे आएगा। ਉਧਰ ਕੇਂਦਰ ਅਤੇ ਕਿਸਾਨਾਂ ਦੀ ਮੀਟਿੰਗ ਜਲਦ ਹੋ ਸਕਦੀ ਹੈ। ਇਸ ਦੀਆਂ ਚਰਚਾਵਾਂ ਲਗਾਤਾਰ ਤੂਲ ਫੜਦੀਆਂ ਜਾ ਰਹੀਆਂ ਨੇ। ਇਹਨਾਂ ਚਰਚਾਵਾਂ ਦੇ ਵਿੱਚ ਹੀ ਭਾਜਪਾ ਆਗੂ ਦਾ ਵੱਡਾ ਬਿਆਨ ਆਇਆ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਬਿਆਨ ਦਿੰਦਿਆਂ ਕਿਹਾ ਕਿ ਸਰਕਾਰ ਹਰ ਵਕਤ ਗੱਲਬਾਤ ਕਰਨ ਦੇ ਲਈ ਤਿਆਰ ਹੈ ਤੇ ਜਦੋਂ ਵੀ ਕਿਸਾਨ ਆਗੂ ਸੁਹਿਰਦ ਹੋ ਕੇ ਗੱਲਬਾਤ ਕਰਨਾ ਚਾਹਣ ਤਾਂ ਉਹ ਸਰਕਾਰ ਦੇ ਨਾਲ ਬੈਠ ਕੇ ਗੱਲਬਾਤ ਕਰ ਸਕਦੇ ਨੇ। ਪ੍ਰਪੋਜ਼ਲ ਤਾਂ ਪਹਿਲਾਂ ਵੀ ਆਉਂਦੇ ਰਹਿੰਦੇ ਆ, ਅਲੱਗ-ਅਲੱਗ ਲੋਕ ਵੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਇਹ ਗੱਲ ਖਤਮ ਹੋਵੇ। ਜਿਹੜੇ ਕਿਸਾਨ ਦੇ ਹਿੱਤ 'ਚ ਨੇ, ਦੇਸ਼ ਹਿੱਤ 'ਚ ਨੇ, ਸਰਕਾਰ ਦਾ ਵੀ ਹਿੱਤ ਚਾਹੁੰਦੇ ਆ, ਕਾਨੂੰਨ ਦਾ ਰਾਜ ਚਾਹੁੰਦੇ ਆ, ਉਹ ਕੋਸ਼ਿਸ਼ ਕਰਦੇ ਆ ਕਿ ਇਹ ਜਿਹੜੀ ਕਿਸਾਨਾਂ ਤੇ ਸਰਕਾਰ 'ਚ ਟਕਰਾਓ ਆ ਇਹ ਖਤਮ ਹੋਣਾ ਚਾਹੀਦਾ। ਪਰ ਕੁਛ ਲੋਕ ਉਸ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੇ। ਆਖਰ ਗੱਲ ਕੀ ਆ ਜਾਂਦੀ ਹੈ, ਪ੍ਰਪੋਜ਼ਲ ਆ ਕੇ ਸਾਰੀ, ਤੇ ਉਸ ਤੋਂ ਬਾਅਦ ਦੋ ਤਿੰਨ ਦਿਨ ਬਾਅਦ ਕਹਿੰਦੇ ਆ ਕਿ ਕਾਨੂੰਨ ਰਿਪੀਲ ਕਰੋ। ਸਰਕਾਰ ਨੇ ਕਿਹਾ ਕਿ ਉਸ ਤੋਂ ਬਿਨਾਂ ਜੋ ਵੀ ਗੱਲਾਂ ਹੋ ਸਕਦੀਆਂ ਨੇ ਉਹ ਕਰਨ ਨੂੰ ਤਿਆਰ ਆ, ਜੋ ਕਿਸਾਨ ਦੀਆਂ ਮੁਸ਼ਕਲਾਂ ਨੇ ਉਹਨੂੰ ਹੱਲ ਕਰਨ ਲਈ ਤਿਆਰ ਆ। ਅਤੇ ਮੈਂ ਸਮਝਦਾ ਕਿ ਕਿਸਾਨ ਲੀਡਰਾਂ ਨੂੰ ਵੀ ਸੁਹਿਰਦ ਹੋਣਾ ਚਾਹੀਦਾ। ਪ੍ਰਧਾਨ ਮੰਤਰੀ ਜੀ ਔਰ ਸਾਡੀ ਸਰਕਾਰ, ਜਿਹੜਾ ਕਿਸਾਨ ਸੜਕਾਂ 'ਤੇ ਬੈਠਾ ਜੈਨੂਨ ਕਿਸਾਨ, ਉਹਦੀ ਰਿਸਪੈਕਟ ਕਰਦੇ ਆ, ਔਰ ਇਹ ਕਹਿੰਦੇ ਆ ਕਿ ਉਹ ਜਿਹੜਾ ਕਿਸਾਨ ਆ ਉਸ ਦੀ ਇੱਜ਼ਤ ਹੋਣੀ ਚਾਹੀਦੀ ਹੈ, ਰਿਸਪੈਕਟ ਹੋਣੀ ਚਾਹੀਦੀ ਹੈ, ਉਹ ਘਰਾਂ ਨੂੰ ਜਾਣਾ ਚਾਹੀਦਾ, ਉਹਦੀਆਂ ਗੱਲਾਂ ਮੰਨੀਆਂ ਜਾਣੀਆਂ ਚਾਹੀਦੀਆਂ। ਸਰਕਾਰ ਇਹਦੇ ਲਈ ਤਿਆਰ ਆ, ਪਰ ਕਿਸਾਨ ਲੀਡਰ ਇਹਦੇ 'ਚ ਰੇੜਕਾ ਪਾਉਂਦੇ ਆ, ਕਾਨੂੰਨ ਰੱਦ ਕਰੋ, ਰਿਪੀਲ ਕਰੋ, ਇਸ ਕਰਕੇ ਰੁਕ ਜਾਂਦਾ। ਉਧਰ ਕੇਂਦਰ ਕਿਸਾਨ ਮੀਟਿੰਗ ਦੇ ਉੱਤੇ ਕਾਂਗਰਸ ਦੇ ਆਗੂ ਰਾਜਕੁਮਾਰ ਵੇਰਕਾ ਦਾ ਵੀ ਪ੍ਰਤੀਕਰਮ ਹੈ। ਰਾਜਕੁਮਾਰ ਵੇਰਕਾ ਨੇ ਭਾਜਪਾ ਸਰਕਾਰ ਦੇ ਉੱਤੇ ਤਿੱਖੇ ਸਿਆਸੀ ਹਮਲੇ ਕੀਤੇ ਨੇ। भाई मुझे लगता है कि केंद्र सरकार को, हरियाणा सरकार को कोरोना की तो चिंता है,
लेकिन किसानों की कोई चिंता नहीं है। जिस तरीके से हरियाणा के गृह मंत्री ने कहा है कि इनसे बात करो, दूसरी बात में उन्होंने ये कहा है कि कोरोना का इनसे खतरा है, कि भैया आपको कोरोना से डर लगता है लेकिन उनकी फसलें नस्लें तबाह हो रही है, उनके बारे में आपको कोई विचार नहीं है। हम ये चाहते हैं कि कोरोना महामारी से भी निपटा जाए, किसानों की बात भी सुनी जाए, और वो परेशान है और आप मुंह चढ़ा रहे हो। आप नरेंद्र तोमर जी बार बार मुंह चढ़ा करके कहते हो बात करनी है तो आ जाओ, आपके अंदर अहंकार इस बात के लिए बोलता है। आप कहते हो कि आंदोलन खत्म करके आओ, आप कहते हो कि खेती कानून वापस नहीं होंगे, ये सोच करके आओ, तो फिर आपके पास आना किस लिए है? और आज भी हम मांग करते हैं कि ये खेती कानून रद्द करो। रद्द करने के बाद केंद्र सरकार दोबारा कानून बनाए, किसानों को विश्वास में लेकर बनाए, ताकि देश के अंदर सरकार के प्रति, देश के प्रति विश्वास बढ़ सके। आज किसानों को बेच विश्वासी है, किसान घबराया हुआ है, डरा हुआ है। उनका डर खत्म तभी हो सकता है जब ਕਾਨੂੰਨ ਰੱਦ ਹੋ। ਉਧਰ ਈਡੀ ਦੀ ਰੇਡ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਦਿੱਲੀ ਪਹੁੰਚੇ ਹੋਏ ਨੇ। ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਦਿੱਲੀ ਦੇ ਵਿੱਚ ਪਹੁੰਚ ਕੇ ਈਡੀ ਮਾਮਲੇ ਦੇ ਵਿੱਚ ਆਪਣਾ ਪੱਖ ਰੱਖਿਆ ਜਾ ਰਿਹਾ ਹੈ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਗੱਲਬਾਤ ਮੀਡੀਆ ਦੇ ਨਾਲ ਵੀ ਕੀਤੀ ਹੈ ਕਿ ਕੁਝ ਉਹਨਾਂ ਦੇ ਘਰ ਦੇ ਵਿੱਚੋਂ ਈਡੀ ਨੂੰ ਮਿਲਿਆ, ਇਸ ਦੇ ਉੱਤੇ ਗੱਲਬਾਤ ਉਹਨਾਂ ਨੇ ਵਿਸਥਾਰ ਦੇ ਨਾਲ ਕੀਤੀ ਹੈ। ਸੁਣਦੇ ਹਾਂ ਸੁਖਪਾਲ ਸਿੰਘ ਖਹਿਰਾ ਕੀ ਕਹਿ ਰਹੇ ਨੇ। देखो ईडी ने ਜਿਹੜਾ ਸਾਡੇ ਖਿਲਾਫ ਉਹ 100% ਪੋਲੀਟੀਕਲੀ ਮੋਟੀਵੇਟਡ ਕੇਸ ਹੈ। ਸਾਰੀ ਦੁਨੀਆ ਜਾਣਦੀ ਕਿ ਮੈਂ ਤਾਂ ਬੇਇਨਸਾਫੀ ਦੇ ਖਿਲਾਫ ਲੜਦਾ, ਮੈਂ ਮਾਫੀਆ ਦੇ ਖਿਲਾਫ ਲੜਦਾ। ਜਸਟ ਬਿਕੋਜ਼ ਮੈਂ ਲੀਡਰ ਆਫ ਆਪੋਜੀਸ਼ਨ ਹੁੰਦਿਆਂ ਉਸ ਵਕਤ ਜਿਹੜਾ ਮਾਈਨਿੰਗ ਸਕੈਂਡਲ ਵਿੱਚ ਰਾਣੀ ਗੁਰਜੀਤ ਨੂੰ ਅਸਤੀਫਾ ਦੇਣਾ ਪਿਆ ਸੀਗਾ, ਮੇਰਾ ਨਾਮ ਉਹ NDPS ਦੀ ਉਸ FIR ਵਿੱਚ 2017 ਚ ਇੰਪਲੀਕੇਟ ਕੀਤਾ ਗਿਆ, ਜਿਹੜੇ ਜਿਸ FIR ਨੂੰ ਹੁਣ ਈਡੀ ਨੇ ਚੱਕਿਆ। ਆਈ ਹੈਵ ਨਥਿੰਗ ਟੂ ਡੂ। ਮੈਂ ਨਾ ਕਦੀ ਕੋਈ ਬੇਨਾਮੀ ਜਾਇਦਾਦ ਬਣਾਈ ਆ, ਨਾ ਮੇਰੇ ਕੋਲ ਕੋਈ ਬੇਨਾਮੀ ਅਕਾਊਂਟ ਆ, ਨਾ ਮੇਰੇ ਕੋਲ ਕੋਈ ਫਰਜ਼ੀ ਪਾਸਪੋਰਟ ਆ। ਔਰ ਇਹ ਸਾਰੀਆਂ ਗੱਲਾਂ ਸਾਬਤ ਵੀ ਹੋਈਆਂ ਜਦੋਂ ਈਡੀ ਨੇ ਰੇਡ ਕੀਤਾ 9 ਮਾਰਚ ਨੂੰ ਮੇਰੇ ਘਰਾਂ ਦੇ ਵਿੱਚ, ਉਹਨਾਂ ਨੂੰ ਉੱਥੇ ਕੁਝ ਵੀ ਇਨਕ੍ਰਿਮੀਨੇਟਿੰਗ ਨਹੀਂ ਮਿਲਿਆ। ਔਰ ਕਿਉਂਕਿ ਹੁਣ ਉਹ ਪੋਲੀਟੀਕਲ ਲੜਾਈ ਹੈ, ਇਸ ਕਰਕੇ ਉਸ ਕੇਸ ਨੂੰ ਜਾਣਬੁੱਝ ਕੇ ਲੰਬਾ ਲੈ ਕੇ ਜਾਣਗੇ, ਔਰ ਹੋ ਸਕਦਾ 22 ਦੀਆਂ ਇਲੈਕਸ਼ਨਾਂ ਤੱਕ ਲੈ ਕੇ ਜਾਣ। ਪਰ ਕਿਉਂਕਿ ਮੈਂ ਗਲਤ ਨਹੀਂ ਕੁਝ ਕੀਤਾ ਜ਼ਿੰਦਗੀ ਦੇ ਵਿੱਚ, ਔਰ ਮੈਨੂੰ ਪਤਾ ਵਾ ਕਿ ਉਹ ਮੇਰਾ ਵਾਹਿਗੁਰੂ ਪ੍ਰਮਾਤਮਾ ਜਾਣਦਾ, ਤੇ ਉਹ ਮੇਰੇ ਨਾਲ ਹੈ, ਕੁਦਰਤ ਨਾਲ ਹੈ। ਔਰ ਪੰਜਾਬ ਤੋਂ ਬਾਹਰ ਵਸਦੇ ਲੋਕ ਜਿਹੜੇ ਨੇ ਉਹ ਮੇਰੇ ਲਈ ਮੇਰੀ ਸ਼ੁਭਕਾਮਨਾ ਦੇ ਨਾਲ ਖੜੇ ਨੇ, ਮੇਰੇ ਲਈ ਅਰਦਾਸ ਕਰਦੇ, ਔਰ ਅਲਟੀਮੇਟਲੀ ਜਿਹੜੀ ਜਿੱਤ ਹੈ ਉਹ ਸੱਚ ਦੀ ਆਵੇਗੀ। ਉਧਰ ਕੋਟਕਪੂਰਾ ਬਾਬੁਲ ਕਲਾਂ ਕਾਂਡ ਦੇ ਉੱਤੇ ਬਣਾਈ ਗਈ SIT ਦੀ ਰਿਪੋਰਟ ਖਾਰਜ ਹੋਣ ਤੋਂ ਬਾਅਦ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਦੇ ਐਡਵੋਕੇਟ ਜਨਰਲ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ, ਤੇ ਨਾਲ ਹੀ ਇਸ ਮਾਮਲੇ ਦੇ ਵਿੱਚ ਹੁਣ ਰਲੀ ਮਿਲੀ ਸਿਆਸਤ ਹੋਣ ਦੇ ਵੀ ਇਲਜ਼ਾਮ ਲੱਗ ਰਹੇ ਨੇ। ਇਸ ਮਾਮਲੇ ਦੇ ਵਿੱਚ ਰਾਜਕੁਮਾਰ ਵੇਰਕਾ ਦਾ ਪ੍ਰਤੀਕਰਮ ਆਇਆ। ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਕਿਸੇ ਵੀ ਧਿਰ ਨੂੰ ਇਸ ਮਾਮਲੇ ਦੇ ਵਿੱਚ ਖੁਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਹਜੇ ਜਾਂਚ ਖਤਮ ਨਹੀਂ ਹੋਈ ਹੈ। ਥੋੜਾ ਸਮਾਂ ਜ਼ਰੂਰ ਲੱਗੇਗਾ, ਪਰ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ। ਬਈ ਕੇਂਦਰ ਦੀ ਸਰਕਾਰ ਪਹਿਲੇ ਬਚਾਉਂਦੀ ਰਹੀ ਹੈ ਬਾਦਲ ਪਰਿਵਾਰ ਨੂੰ। ਅੱਜ ਹੈਰਾਨਗੀ ਇਸ ਗੱਲ ਦੀ ਹੈ ਕਿ ਬਾਦਲ ਪਰਿਵਾਰ ਇਸ ਲਈ ਖੁਸ਼ ਹੋ ਰਿਹਾ ਕਿ ਪਹਿਲੇ ਅਸੀਂ ਕੇਂਦਰ 'ਚ ਸਾਜ਼ਿਸ਼ ਕਰਕੇ ਬਚ ਗਏ, ਹੁਣ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਗਿਆ ਹੈ ਉਹ ਕੇਸ ਦੇ ਵਿੱਚ ਦੁਬਾਰਾ ਸਿੱਟ ਬਣਾਉਣ ਦਾ ਆਰਡਰ ਹਾਈ ਕੋਰਟ ਨੇ ਕਰ ਦਿੱਤਾ ਹੈ। ਭਾਈ ਇਹ ਕੇਸ ਖਤਮ ਨਹੀਂ ਹੋਇਆ, ਤੁਹਾਨੂੰ ਬਰੀ ਨਹੀਂ ਕੀਤਾ, ਤੁਸੀਂ ਦੋਸ਼ ਮੁਕਤ ਨਹੀਂ ਹੋਏ, ਦੋਸ਼ੀ ਰਹਿੰਦਾ ਹੈ। ਔਰ ਇਹ ਇਨਸਾਫ ਇਹ ਡਿਲੇ ਜ਼ਰੂਰ ਹੋਇਆ ਹੈ, ਇਨਸਾਫ ਮਰਿਆ ਨਹੀਂ, ਔਰ ਦੋਸ਼ੀ ਜਲਦੀ ਸਲਾਖਾਂ ਦੇ ਪਿੱਛੇ ਹੋਣਗੇ, ਔਰ ਤੁਹਾਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਹੈ। ਇਸ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਪਿੱਛੇ ਨਹੀਂ ਰਹੇ। ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਅਤੇ ਭਾਜਪਾ ਦੇ ਉੱਤੇ ਰਲੇ ਮਿਲੇ ਹੋਣ ਦੇ ਇੱਕ ਵਾਰ ਫਿਰ ਤੋਂ ਦੋਸ਼ ਲਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਅੰਦਰ ਖਾਤੇ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਵੀ ਇਕੱਠੇ ਹੀ ਲੜਨਗੇ। ਮੈਨੂੰ ਇਹ ਖਦਸ਼ਾ ਵਾ ਕਿ ਅਲਟੀਮੇਟਲੀ ਬਾਦਲ ਦਾ ਪਰਿਵਾਰ ਤੇ BJP ਅੱਜ ਵੀ ਇਕੱਠੇ ਨੇ, ਚਾਹੇ ਉਹਨਾਂ ਨੇ ਕਿਸਾਨੀ ਅੰਦੋਲਨ ਮੁੱਦੇ ਦੇ ਉੱਤੇ ਤੋੜ ਵਿਛੋੜਾ ਕੀਤਾ, ਪਰ ਉਹ ਫਰਜ਼ੀ ਲੱਗਦਾ, ਕਿਉਂਕਿ ਇਹ ਜਿਹੜਾ ਉਹਨਾਂ ਨੂੰ ਬਚਾਇਆ ਗਿਆ ਵਾ, ਇਹ ਸਾਰੀ ਦੁਨੀਆ ਅੱਜ ਜਾਣਦੀ ਆ ਕਿ ਇਹ ਉਹਨਾਂ ਦੀ ਤਾਕਤਵਰ ਵੱਡੇ ਸਰਕਾਰਾਂ ਦੀ ਮੁਦਾਖਲਤ ਤੋਂ ਬਗੈਰ ਨਹੀਂ ਗਾ। ਔਰ ਮੈਂ ਇਹ ਵੀ ਕਹਿ ਸਕਦਾ ਵਾਂ ਕਿ ਆਉਣ ਵਾਲੀਆਂ ਜਿਹੜੀਆਂ 2022 ਦੀਆਂ ਇਲੈਕਸ਼ਨਾਂ ਜਾਂ ਤਾਂ ਬਾਦਲ ਦਲ ਤੇ BJP ਇਕੱਠੇ ਲੜੇਗੀ, ਨਹੀਂ ਤਾਂ ਅਸਿੱਧੇ ਤੌਰ ਤੇ ਜ਼ਰੂਰ ਇਕੱਠੇ ਹੋ ਕੇ ਲੜਨਗੇ। ਇਨਡਾਇਰੈਕਟ ਅਲਾਇੰਸ ਹੋਵੇਗਾ ਕਿ ਜਿੱਥੇ ਪਿੰਡਾਂ ਦੇ ਵਿੱਚ BJP ਦੇ ਕੋਲ ਕੋਈ ਉਮੀਦਵਾਰ ਨਹੀਂ, ਕਿ ਤੁਸੀਂ ਆਪਣੇ ਕੇਡਰ ਨੂੰ ਫੂਕ ਮਾਰ ਦੇਣੀ ਕਿ ਤੁਸੀਂ ਵੋਟਾਂ ਜਿਹੜੀਆਂ ਬਾਦਲ ਨੂੰ ਪਾ ਦਿਓ, ਤੇ ਜਿੱਥੇ ਸ਼ਹਿਰਾਂ ਦੇ ਵਿੱਚ ਬਾਦਲ ਵਾਲਿਆਂ ਦੇ ਕੋਲ ਕੋਈ ਕੈਂਡੀਡੇਟ ਨਹੀਂ, ਉਹ ਕਹਿਣਗੇ ਫੂਕ ਮਾਰ ਦੇਣਗੇ ਆਪਣੇ ਕੇਡਰ ਨੂੰ ਕਿ ਤੁਸੀਂ BJP ਨੂੰ ਵੋਟ ਪਾ ਦਿਓ। ਦਿਸ ਇਜ਼ ਅ ਇਨਡਾਇਰੈਕਟ ਅਲਾਇੰਸ ਵਿਚ ਇਜ਼ 100% ਗੋਇੰਗ ਟੂ ਟੇਕ ਪਲੇਸ। ਇਸ ਕਰਕੇ ਇਹਨਾਂ ਦਾ ਐਕਸਪੋਜ਼ਰ ਹੋਇਆ ਇਸ ਫੈਸਲੇ ਨਾਲ। ਜੇ ਸੁਖਬੀਰ ਬਾਦਲ ਸਮਝਦਾ ਨਾ ਕਿ ਮੈਂ
ਜਾਂ ਉਹ ਛਾਤੀ ਚੌੜੀ ਤਾਣ ਕੇ ਕਹਿ ਰਹੇ ਕਿ ਅਸੀਂ ਬਰੀ ਹੋ ਗਏ, ਉਹ ਇੱਥੋਂ ਦੀਆਂ ਅਦਾਲਤਾਂ ਵਿੱਚ ਬਰੀ ਹੋ ਸਕਦੇ, ਲੇਕਿਨ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਦਾਲਤ ਵਿੱਚ ਕਦੀ ਬਰੀ ਨਹੀਂ ਹੋਣਗੇ, ਕਿਉਂਕਿ ਉਹ ਦੋਸ਼ੀ ਨੇ। ਔਰ ਗੁਰੂ ਗ੍ਰੰਥ ਸਾਹਿਬ, ਜੇ ਇਹਨਾਂ ਲੋਕਾਂ ਨੇ ਬੇਅਦਬੀਆਂ ਨਹੀਂ ਕੀਤੀਆਂ ਤੇ ਇਹਨਾਂ ਲੋਕਾਂ ਨੇ ਗੋਲੀਆਂ ਨਹੀਂ ਚਲਾਈਆਂ, ਫਿਰ ਕਿਹਨੇ ਚਲਾਈਆਂ ਵਾ? ਕੌਣ ਜ਼ਿੰਮੇਵਾਰ ਹੈ? ਪੱਛਮੀ ਬੰਗਾਲ ਦੇ ਵਿੱਚ ਚੋਣ ਪ੍ਰਚਾਰ ਦੇ ਦਰਮਿਆਨ ਤ੍ਰਿਣਮੂਲ ਕਾਂਗਰਸ ਦੇ ਇੱਕ ਉਮੀਦਵਾਰ ਦੇ ਵੱਲੋਂ SC/ST ਭਾਈਚਾਰੇ ਦੇ ਖਿਲਾਫ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਜਿਸ ਨੂੰ ਇਤਰਾਜ਼ਜਨਕ ਮੰਨਿਆ ਜਾ ਰਿਹਾ ਹੈ। ਦੱਸਦੀ ਹੈ ਕਿ ਇਸੇ ਮਾਮਲੇ ਦੇ ਵਿੱਚ ਭਾਜਪਾ ਦਾ ਇੱਕ ਵਫਦ, ਜਿਸ ਵਫਦ ਦੇ ਵਿੱਚ ਦੁਸ਼ਯੰਤ ਗੌਤਮ ਦੇ ਨਾਲ ਹੰਸ ਅਤੇ ਸੀਨੀਅਰ ਆਗੂ ਭਾਜਪਾ ਦੇ ਮੌਜੂਦ ਰਹੇ ਨੇ, ਜਿਨ੍ਹਾਂ ਦੇ ਵੱਲੋਂ SC/ST ਕਮਿਸ਼ਨ ਦੇ ਚੇਅਰਪਰਸਨ ਵਿਜੇ ਸਾਂਪਲਾ ਨੂੰ ਆਪਣਾ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਉਸ TMC ਦੇ ਉਮੀਦਵਾਰ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ। ਗੱਲ ਹੈ ਜੀ, ਕੱਲ ਇਲੈਕਸ਼ਨ ਕਮਿਸ਼ਨ ਗਏ ਸੀ, ਅੱਜ SC ਕਮਿਸ਼ਨ ਚੇਅरपर्सन साहब ਨੂੰ मिले हैं। तृणमूल कांग्रेस बंगाल में एक प्रत्याशी आ उम्मीदवार, उन्हें दलितों के बारे बड़े अपशब्द बोले, भिखारी तक कह दिता कि सुभाविक तौर पर है। तो वो बड़ी भैड़ी गल है, क्योंकि ये तो मूल निवासी है, ये तो कभी रूलर सगे। की होया, मैं तो कहना उन्हें दबे कुचले नहीं, दबाए गए आ, पछड़े नहीं पछाड़े गए आ। और बाबा साहब की सोच ਨੂੰ ਮੰਨਣ ਵਾਲੇ ਲੋਕਾਂ ਨੂੰ ਇਹ ਬੜਾ ਭੈੜਾ ਲੱਗਾ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਾਹਿਬ ਨੇ ਸਮਝਾਇਆ ਵੀ ਸੀ ਇਸ ਮੁਲਕ ਨੂੰ ਕਿ ਇਹ ਲੋਕ ਕੌਣ ਹੈ ਤੇ ਡਿਸਕ੍ਰਿਮੀਨੇਸ਼ਨ ਛੱਡੋ, ਲੇਕਿਨ ਅਜੇ ਟਾਈਮ ਲੱਗੇਗਾ, ਮੇਰਾ ਖਿਆਲ ਟਾਈਮ ਲੱਗੇਗਾ। ਤੇ ਮੈਂ ਉਹ ਆਪਣੀ ਜਿਹੜੀ ਉਹਨਾਂ ਦੀ ਸ਼ਿਕਾਇਤ ਨੂੰ ਸੈਕਟਰੀ ਸਾਹਿਬ ਨੂੰ ਭੇਜਿਆ ਔਰ ਡਾਇਰੈਕਟਰ ਸਾਹਿਬ ਨੂੰ ਵੀ ਉਹਦੀ ਕਾਪੀ ਭੇਜੀ ਹੈ ਔਰ ਉਹਨਾਂ ਨੂੰ ਪੁੱਛਿਆ ਕਿ ਇਹਦੇ 'ਤੇ ਕੀ ਹੋਣਾ ਚਾਹੀਦਾ ਹੈ। ਤੇ ਉਹਨਾਂ ਨੇ ਇਹ ਦੱਸਿਆ ਕਿ ਇਹਦੇ ਲਈ ਅਸੀਂ ਨੋਟਿਸ ਭੇਜਾਂਗੇ, ਕਿਉਂਕਿ ਹਾਲੇ ਤਾਂ ਹੁਣੇ ਆਰਡਰ ਕੀਤੇ, ਇਸ ਕਰਕੇ ਨੋਟਿਸ ਦੀ ਕਾਪੀ ਤੁਹਾਨੂੰ ਦੁਪਹਿਰ ਤੋਂ ਬਾਅਦ ਤੱਕ ਉਪਲਬਧ ਹੋ ਜਾਏਗੀ। ਔਰ ਅਸੀਂ ਉਹਦੇ 'ਚ ਚੀਫ ਸੈਕਟਰੀ ਨੂੰ ਵੀ ਜਿਹੜਾ ਨੋਟਿਸ ਭੇਜਾਂਗੇ, DG ਸਾਹਿਬ ਨੂੰ ਵੀ ਨੋਟਿਸ ਭੇਜਾਂਗੇ ਔਰ ਨਾਲ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਨੂੰ ਵੀ, ਕਿਉਂਕਿ ਇਹ ਚੁਣਾਵਾਂ ਦੇ ਦੌਰਾਨ ਹੋਇਆ, ਚੁਣਾਵ ਦੀ ਮੰਚ ਤੋਂ ਹੋਇਆ ਔਰ ਉਹਨਾਂ ਦੀ ਦੇਖ ਰੇਖ 'ਚ ਹੋਇਆ, ਇਸ ਕਰਕੇ ਚੀਫ ਇਲੈਕਸ਼ਨ ਕਮਿਸ਼ਨ ਨੂੰ ਵੀ ਔਰ ਚੀਫ ਇਲੈक्शन ऑफिसर जो स्टेट का होंगे उन्होंने भी असीं नोटिस भेजांगे। तृणमूल कांग्रेस ने वेस्ट बंगाल के अंदर 10 साल शासन करने के बाद में स्वभाव से दलित भिखारी है, इसके अगेंस्ट हमने कमीशन में कहा है कि उन पर कार्रवाई की जानी चाहिए और IPC के अनुसार उन पर कार्रवाई की जाएगी। और ऐसे इलेक्शन कमीशन भी उन पर संज्ञान लेगा कि तृणमूल कांग्रेस की साथ साथ दिखाई देता है कि उनकी मानसिकता किस प्रकार की है। ਇੱਕ ਪਾਸੇ ਜਿੱਥੇ ਕਰੋਨਾ ਮਹਾਮਾਰੀ ਦੇ ਵੱਧਦੇ ਪ੍ਰਕੋਪ ਦੇ ਦਰਮਿਆਨ ਪੰਜਾਬ ਸਰਕਾਰ ਦੇ ਵੱਲੋਂ ਬੀਤੇ ਦਿਨੀ ਪੰਜਾਬ ਦੇ ਵਿੱਚ ਵੱਡੀਆਂ ਸਿਆਸੀ ਸਭਾਵਾਂ ਅਤੇ ਇਕੱਠਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ, ਪਰ ਇਸੇ ਦਰਮਿਆਨ ਇੱਕ ਅਜਿਹੀਆਂ ਤਸਵੀਰਾਂ ਮੁੱਲਾਂਪੁਰ ਦਾਖਾਂ ਤੋਂ ਸਾਹਮਣੇ ਆਈਆਂ ਨੇ ਜਿੱਥੇ ਵੱਡਾ ਇਕੱਠ ਕੀਤਾ ਗਿਆ ਤੇ ਸਿਆਸਤ ਦੀ ਵੀ ਇਸ ਦੇ ਵਿੱਚ ਸ਼ਮੂਲੀਅਤ ਸੀ। ਦੱਸਦੇ ਕਿ ਮੁੱਲਾਂਪੁਰ ਦਾਖਾਂ ਦੇ ਵਿੱਚ ਬੱਸ ਸਟੈਂਡ ਦਾ ਉਦਘਾਟਨ ਕੀਤਾ ਜਾਣਾ ਸੀ, ਜਿਸ ਮੌਕੇ ਦੇ ਉੱਤੇ ਕੈਪਟਨ ਸੰਦੀਪ ਸੰਧੂ ਅਤੇ ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਮੌਜੂਦ ਰਹੇ ਨੇ। ਇਸ ਦਰਮਿਆਨ ਵੱਡਾ ਇਕੱਠ ਹੋਇਆ ਨਜ਼ਰ ਆਇਆ। ਜਦੋਂ ਮੀਡੀਆ ਨੇ ਇਸ ਬਾਬਤ ਸਵਾਲ ਕੀਤੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਲੋਕ ਆਪ ਮੁਹਾਰੇ ਆਏ ਨੇ ਤੇ ਖੁਸ਼ੀ ਵੇਖਦਿਆਂ ਲੋਕ ਇੱਥੇ ਪਹੁੰਚੇ ਨੇ। ਸਰ, ਸਭ ਤੋਂ ਪਹਿਲਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ, ਤੁਸੀਂ ਸਾਰਿਆਂ ਨੇ ਸਮਾਂ ਕੱਢ ਕੇ ਇੱਥੇ ਆ ਕੇ ਅੱਜ ਜਿਹੜਾ ਆਧੁਨਿਕ ਆਪਾਂ ਮਾਡਰਨ ਬੱਸ ਸਟੈਂਡ ਦਾ ਜਿਹੜਾ ਨੀਂਹ ਪੱਥਰ ਰੱਖ ਕੇ ਗਏ ਹੈਗੇ ਆ ਸਾਡੇ ਲੋਕਲ ਬਾਡੀਜ਼ ਮਿਨਿਸਟਰ, ਤੁਸੀਂ ਸਾਰਿਆਂ ਨੇ ਉਹਨੂੰ ਕਵਰ ਕੀਤਾ, ਤੁਹਾਡਾ ਮੈਂ ਜਿੱਥੇ ਧੰਨਵਾਦ ਕਰਦਾ। ਉੱਥੇ ਮੈਂ ਵਿਸ਼ੇਸ਼ ਤੌਰ 'ਤੇ ਦਾਖਾ ਹਲਕੇ ਨੂੰ ਔਰ ਮੁੱਲਾਂਪੁਰ ਵਾਸੀਆਂ ਨੂੰ ਵਧਾਈ ਦਿੰਦਾ ਕਿ ਬਹੁਤ 50-60 ਸਾਲ ਪੁਰਾਣੀ ਜਿਹੜੀ ਇਹ ਡਿਮਾਂਡ ਸੀਗੀ, ਇਹ ਅੱਜ ਉਹ ਪੂਰੀ ਹੋਈ ਹੈ, ਉਹਨੂੰ ਬੂਰ ਪਿਆ ਹੈਗਾ ਔਰ ਉਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਨਾਲ ਅੱਜ ਸਾਡੀ ਕੋਸ਼ਿਸ਼ ਇਹੀ ਰਹੀ ਹੈਗੀ ਹੈ ਕਿ ਜਿਵੇਂ ਤੁਸੀਂ ਵੀ ਧਿਆਨ 'ਚ ਲਿਆਂਦਾ ਕਿ ਅਸੀਂ, ਜੇ ਤੁਸੀਂ ਸੀਟਿੰਗ ਅਰੇਂਜਮੈਂਟ ਵੀ ਦੇਖੋਗੇ ਔਰ ਉੱਤੇ ਵੀ ਦੇਖੋਗੇ, ਸਾਡੀ ਕੋਸ਼ਿਸ਼ ਇਹੀ ਸੀ ਕਿ 100-150 ਸਿਰਫ ਬੰਦੇ ਹੈਗੇ, 100 ਦੀ ਅਸੀਂ ਪਰਮਿਸ਼ਨ ਸੀ, ਉਸ ਹਿਸਾਬ ਨਾਲ 15 ਜਣਿਆਂ ਦਾ ਅਸੀਂ ਉੱਤੇ ਰੱਖਿਆ ਸੀ। ਸਾਡੀ ਕੋਸ਼ਿਸ਼ ਇਹ ਸੀ ਕਿ ਜਿਹੜੇ ਨਿਯਮ ਹੈਗੇ ਇਹਨਾਂ ਸਾਰਿਆਂ ਦੀ ਪਾਲਣਾ ਹੋਵੇ। ਪਰ ਅੱਜ ਇਹ ਕਿਉਂਕਿ ਮਾਹੌਲ ਕੁਦਰਤ ਵੱਲੋਂ, ਕਿਉਂਕਿ 60-70 ਸਾਲ ਪੁਰਾਣੀ ਜਿਹੜੀ ਚੀਜ਼ ਜਿਹੜੀ ਅੱਜ ਤੱਕ ਬਣੀ ਨਾ ਹੋਵੇ, ਜਦੋਂ ਉਹ ਬਣ ਜਾਂਦੀ ਇੱਕ ਲੋਕਾਂ 'ਚ ਉਤਸ਼ਾਹ ਆ ਜਾਂਦਾ, ਜਿਸ ਲਈ ਉਸ ਲਈ ਅਸੀਂ ਮਾਫੀ ਵੀ ਮੰਗਦੇ ਹਾਂ ਕਿ ਕਿਤੇ ਨਾ ਕਿਤੇ ਉੱਥੇ ਕਮੀ ਰਹੀ ਹੋਗੀ। ਨਾਲ ਅਸੀਂ ਸਾਰਿਆਂ ਦਾ ਧੰਨਵਾਦ ਔਰ ਤੁਹਾਡਾ ਵਿਸ਼ੇਸ਼ ਤੌਰ 'ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਈਵੈਂਟ ਨੂੰ ਕਵਰ ਕੀਤਾ। ਕੋਈ ਹਜ਼ਾਰਾਂ ਨਾਲ ਨਹੀਂ ਮੈਂ ਦੇਖ ਕੇ ਆਇਆ, ਉਹਨਾਂ ਸੋਸ਼ਲ ਡਿਸਟੈਂਸ ਪੂਰਾ ਕ੍ਰੀਏਟ ਕੀਤਾ ਹੈ। ਇੱਕ ਬੱਸ ਸਟੈਂਡ ਦਾ ਉਦਘਾਟਨ ਕੋਈ ਪੋਲੀਟੀਕਲ ਰੈਲੀ ਨਹੀਂ,
70 ਗਿਣਤੀ ਤਾਂ ਹਜ਼ਾਰਾਂ ਦੀ ਹੈਗੀ ਹੈ। ਨਹੀਂ ਕੋਈ ਹਜ਼ਾਰਾਂ ਦਾ ਕੀ, ਹਜ਼ਾਰ ਵੀ ਹੈ ਨਹੀਂ ਜੀ। ਤੁਸੀਂ ਕਾਊਂਟ ਕਰ ਲਓ, ਅਸੀਂ ਤਾਂ ਦੇਖ ਕੇ ਆਏ। 300 ਦਾ ਉੱਥੇ ਕੁਰਸੀ ਲੱਗੀ ਹੋਈ ਹੈ ਜੀ, ਪੂਰੀ ਸੋਸ਼ਲ ਡਿਸਟੈਂਸ ਲੱਗੀ ਹੋਈ ਹੈ। ਹਾਂਜੀ 100 ਜਣਾਂ ਦੇ ਇਕੱਠ ਦੀ ਅਲਾਉਡ ਹੈ ਜੀ, ਬਸ ਪਰਮਿਸ਼ਨ ਜਿਹੜੀ ਹੈ 100 ਜਣਾਂ ਦੇ ਇਕੱਠ ਦੀ ਆ। ਉਹਨਾਂ ਨੇ ਕਿਹਾ ਕਿ ਜਿਹੜਾ ਇਨਡੋਰ 50 ਆਊਟਡੋਰ 100 ਜਿਹੜਾ ਇਹ ਪਬਲਿਕ ਇਕੱਠੀ ਹੋ ਜਾਂਦੀ ਹੈ, ਅਸੀਂ ਚੈੱਕ ਕਰ ਲੈਂਦੇ। ਪਰ ਅੱਜ ਦਾ ਜਿਹੜਾ ਖੁਸ਼ੀ ਦਾ ਮੌਕਾ ਸੀਗਾ, ਲੋਕਾਂ ਨੂੰ ਬਥੇਰਾ ਸਮਝਾਉਣ ਦੀ ਗੱਲ ਹੈ, ਪਰ ਲੋਕ ਇਹ ਜਿਹੜਾ ਠਾਠਾ ਮਾਰਦਾ ਕੱਟ ਸੀਗਾ, ਇਸ ਖੁਸ਼ੀ ਲਈ ਨਿਕਲਿਆ ਕਿ ਇਹਨਾਂ ਦੇ ਸ਼ਹਿਰ ਦੇ ਵਿੱਚ ਕਈ ਸਾਲਾਂ ਬਾਅਦ ਜਿਹੜੀ ਲੋੜ ਸੀ ਉਹ ਪੂਰੀ ਹੋ ਰਹੀ ਹੈ। ਉਧਰ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਇਆਂ ਸਰਕਾਰੀ ਤੌਰ ਦੇ ਉੱਤੇ 2 ਦਿਨ ਹੋ ਚੁੱਕੇ ਨੇ। ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਿਸਾਨ ਪਹੁੰਚ ਰਹੇ ਨੇ, ਟਰਾਲੀਆਂ ਪਹੁੰਚ ਰਹੀਆਂ ਨੇ ਤੇ ਇਸ ਮੌਕੇ ਦੇ ਉੱਤੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਕਿਹੋ ਜਿਹੇ ਪ੍ਰਬੰਧ ਪ੍ਰਸ਼ਾਸਨ ਅਤੇ ਮੰਡੀ ਬੋਰਡ ਦੇ ਵੱਲੋਂ ਕੀਤੇ ਗਏ ਨੇ ਉਹ ਵੀ ਜਾਣਦੇ ਹਾਂ ਤੇ ਕਿਸਾਨ ਕਿਹੋ ਜਿਹੀਆਂ ਮੁਸ਼ਕਲਾਂ ਦੇ ਵਿੱਚੋਂ ਗੁਜ਼ਰ ਰਹੇ ਨੇ ਉਹ ਵੀ ਸੁਣਦੇ ਹਾਂ। ਸਿੱਧੀ ਆਗੇ ਨਹੀਂ ਹੋਣੀ ਚਾਹੀਦੀ, 8 ਦਿਨ ਦੀ ਹੋਣੀ ਚਾਹੀਦੀ। ਜੇ 100 ਸਾਲ ਦਾ ਸਿਸਟਮ ਚੱਲ ਰਿਹਾ ਉਹ ਚੱਲਣਾ ਚਾਹੀਦਾ। ਨੁਕਸਾਨ ਕੀ ਹੈ ਤੁਹਾਨੂੰ ਸਿੱਧੀ ਲਾਏਗੀ ਤਾਂ ਕਿਉਂ ਨਹੀਂ ਹੋਣੀ ਚਾਹੀਦੀ? ਅਸੀਂ ਲੈਣ ਦੇਣ ਚੱਲਦਾ ਸਾਡਾ 8 ਦਿਨ, ਫਿਰ ਪੈਸੇ ਲੈਣ ਕਿੱਦਾਂ ਹੋਊਗਾ? ਸਾਡਾ ਆੜਤੀਆਂ ਤੇ ਬਗੈਰ ਸਰਦਾ ਨਹੀਂ ਜੀ, ਸਾਡਾ ਇਹਨਾਂ ਦੀ ਥਰੂ ਹੋਣੀ ਚਾਹੀਦੀ ਹੈ। ਸਾਡੀ ਇੱਥੇ ਜੀ ਨਵੀਂ 13 ਦੀ ਤੈਅ ਕੀਤੀ ਗਈ ਹੈ। 13 ਤੋਂ ਉੱਪਰ ਅਸੀਂ ਵਾਪਸ ਕਰਦੇ ਆ ਟਰਾਲੀਆਂ ਤੇ ਜਿਹੜੇ ਥੱਲੇ ਆਉਂਦੀਆਂ ਉਹਨੂੰ ਅਸੀਂ ਅੰਦਰ ਐਂਟਰ ਕਰਦੇ ਆ। ਬਾਕੀ ਕਰੋਨਾ ਦੀ ਇਹ ਹੈ ਜੀ, ਅਸੀਂ ਸੈਨੀਟਾਈਜ਼ਰ ਦੇ ਰਹੇ ਆ ਜੀ, ਮਾਸਕ ਦੇ ਰਹੇ। ਬਾਕੀ ਇੱਧਰ ਪਾਣੀ ਦੀ ਟੈਂਕੀ ਹੈ ਜੀ, ਜਿਹੜਾ ਵੀ ਜ਼ਿਮੀਂਦਾਰ ਆਉਂਦਾ ਜੀ ਉਹਨਾਂ ਦੇ ਅਸੀਂ ਹੱਥ ਧੋਆਉਂਦੇ ਆ ਜੀ ਤੇ ਸਾਬਣ ਵਗੈਰਾ ਰੱਖਿਆ ਵਾ ਤੇ ਮਾਸਕ ਵਗੈਰਾ ਲਗਾ ਕੇ ਹੀ ਅੰਦਰ ਐਂਟਰ ਕਰਨੇ ਦਿੰਦੇ ਆ। ਕਿਸਾਨਾਂ ਨੂੰ ਜਿਹੜੀ ਦੇਗੀ ਹੈ ਉਹ 48 ਘੰਟਿਆਂ ਦੇ ਵਿੱਚ ਹੈਗੀ ਆ ਤੇ 72 ਘੰਟੇ ਦੇ ਵਿੱਚ ਹੈਗੀ ਹੈ ਲਿਫਟਿੰਗ ਵੀ ਮੰਡੀਆਂ ਦੇ ਵਿੱਚੋਂ ਕਣਕ ਜਿਹੜੀ ਲਿਫਟਿੰਗ ਕਰਵਾਈ ਜਾਵੇ। ਕਰੋਨਾ ਦੇ ਚੱਲਦੇ ਕੀ ਅਪੀਲ ਕਰਦੇ ਹੋ ਕਿਸਾਨਾਂ ਨੂੰ? ਕਿਸਾਨਾਂ ਦੇ ਚੱਲਣ ਦੇ ਖਾਸ ਇਹੀ ਅਪੀਲ ਕਰਦੇ ਆ ਕਿ ਵੀ ਆਪਣੇ ਮਾਸਕਾਂ ਦੇ ਨਾਲ ਇੱਕ ਟਰਾਲੀ ਤੇ ਇੱਕ ਹੀ ਬੰਦਾ ਆਵੇ ਤੇ ਆਪਣੇ ਸੈਨੀਟਾਈਜ਼ਰ ਨਾਲ ਹੱਥ ਧੋ ਕੇ ਅੰਦਰ ਐਂਟਰ ਕਰੇ ਮੰਡੀ ਦੇ ਵਿੱਚ ਔਰ ਢੇਰੀ ਦੇ ਆਲੇ ਦੁਆਲੇ ਕੋਈ ਇਕੱਠ ਨਾ ਹੋਣ ਦਿੱਤਾ ਜਾਵੇ। ਰੋਪੜ ਦੇ ਵਿੱਚ ਆਪਣਾ ਕੱਲ੍ਹ ਖਰੀਦ ਸ਼ੁਰੂ ਹੋਈ ਆ ਤੇ CM ਨੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਹੈ ਵੀ ਤੁਹਾਡਾ ਜਿਹੜਾ 131 ਕਰੋੜ ਰੁਪਇਆ 150 ਕਰੋੜ ਲੇਬਰ ਦੇ ਸਣਾ 150 ਕਰੋੜ ਰੁਪਇਆ ਪੰਜਾਬ ਦਾ ਜਿਹੜਾ ਵੀ ਇਹ ਸੋਮਵਾਰ ਤੁਹਾਡੇ ਖਾਤਿਆਂ ਦੇ ਵਿੱਚ ਹਰ ਹਾਲਤ ਪਾ ਦੂੰਗਾ। ਸਾਰੇ ਇਹਨਾਂ ਅਫਸਰ ਸਾਹਿਬਾਨ ਨੂੰ ਕਹਿ ਦਿੱਤਾ ਵੀ ਥੋੜੇ ਇੱਕ ਜਿਹੜਾ ਪਿਛਲਾ ਬਕਾਇਆ ਪੌਣੇ 2 ਸਾਲ ਦਾ ਰਹਿੰਦਾ ਹੈ ਝੋਨੇ ਦੇ ਸੀਜ਼ਨ ਦਾ 18-19 ਦਾ ਵੀ ਉਹ ਥੋੜੀ ਪੇਮੈਂਟ ਸੋਮਵਾਰ ਤੁਹਾਡੇ ਖਾਤਿਆਂ 'ਚ ਪੈਣੀ ਸ਼ੁਰੂ ਹੋ ਜੂਗੀ ਹਰ ਹਾਲਤ। ਪਰ ਜੇ ਨਾ ਸਾਡੀ ਪੇਮੈਂਟ ਨਾ ਪਾਈ ਇਹਦੇ ਵਿੱਚ ਸਾਡੇ ਆਗੂ ਸਾਹਿਬਾਨ ਪੰਜਾਬ ਪ੍ਰਧਾਨ ਰਵਿੰਦਰ ਸਿੰਘ ਚੀਮਾ ਜੀ ਤੇ ਇਹਦੇ ਪਰ ਫਿਰ ਦੁਬਾਰਾ ਹੜਤਾਲ ਹੋ ਸਕਦੀ ਆ। ਫਿਰ ਇਹਦਾ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਆ, ਸਰਕਾਰ ਦੀ ਹੋਊਗੀ। ਉਧਰ ਖਾਲਸਾ ਸਾਜਨਾ ਦਿਵਸ ਮਨਾਉਣ ਦੇ ਲਈ ਸਿੱਖ ਸੰਗਤਾਂ ਦਾ ਇੱਕ ਜੱਥਾ ਪਾਕਿਸਤਾਨ ਦੇ ਲਈ ਰਵਾਨਾ ਹੋਇਆ। ਇਸ ਜਥੇ ਨੂੰ ਜਕਾਰਿਆਂ ਦੀ ਗੂੰਜ ਦੇ ਨਾਲ ਪਾਕਿਸਤਾਨ ਦੇ ਲਈ ਰਵਾਨਾ ਕੀਤਾ ਗਿਆ। ਦੱਸਦੀ ਕਿ ਇਸ ਜਥੇ ਦੇ ਵਿੱਚੋਂ ਤਕਰੀਬਨ 8 ਦੇ ਕਰੀਬ ਮੈਂਬਰ ਕਰੋਨਾ ਪੋਜ਼ਿਟਿਵ ਆ ਗਏ, ਜਿਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਤੇ ਉਹਨਾਂ ਦੀ ਇਹ ਯਾਤਰਾ ਸੰਪੂਰਨ ਨਹੀਂ ਹੋ ਸਕੀ। ਪਾਕਿਸਤਾਨ ਦੀ ਯਾਤਰਾ ਤੇ ਜਿਹੜੇ ਗੁਰਧਾਮ ਨੇ ਗੁਰੂ ਨਾਨਕ ਦੇਵ ਜੀ ਉਹ ਸਿੱਖਾਂ ਦਾ ਉੱਥੇ ਜਨਮ ਸਥਾਨ ਹੀ ਇੱਕ ਤਰ੍ਹਾਂ ਦਾ, ਤੇ ਜਿਹੜਾ ਕੋਰੀਡੋਰ ਹੈ ਸਰਕਾਰ ਨੇ ਜਿਹੜਾ ਬੰਦ ਕੀਤਾ ਹੋਇਆ ਉਹ ਖੋਲ੍ਹ ਦੇਣਾ ਚਾਹੀਦਾ ਹੈ, ਕਿਉਂਕਿ ਉੱਥੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਲੰਮਾ ਸਮਾਂ ਬਿਤਾ ਕੇ ਖੇਤੀ ਕੀਤੀ ਹੈ। ਤੇ ਪਾਕਿਸਤਾਨ ਦੇ ਜਿਹੜੇ ਲੋਕ ਨੇ ਉਹ ਬਹੁਤ ਮਤਲਬ ਪਿਆਰ ਕਰਦੇ ਨੇ, ਉਹਨਾਂ ਦੀ ਭਾਸ਼ਾ ਸਾਡੇ ਨਾਲ ਮਿਲਦੀ ਜੁਲਦੀ ਹੈ। ਜਦੋਂ ਅਸੀਂ ਉੱਥੇ ਜਾਂਦੇ ਹਾਂ ਤਾਂ ਉਹ ਤਖਤੀਆਂ ਲੈ ਕੇ ਆ ਜਾਂਦੇ ਨੇ, ਬਠਿੰਡਾ, ਮਾਨਸਾ, ਅੰਮ੍ਰਿਤਸਰ। ਤਾਂ ਅਸੀਂ ਪੁੱਛਦੇ ਹਾਂ ਵੀ ਇਹ ਕੀ ਗੱਲ, ਤੁਸੀਂ ਕਿੱਥੋਂ ਜੀ? ਮੈਂ ਬਠਿੰਡੇ ਤੋਂ। ਉੱਥੇ ਮੇਰੀ ਭੈਣ ਰਹਿ ਗਈ ਸੀ, ਅੱਜ ਸਾਨੂੰ ਉਹਨਾਂ ਦੀਆਂ ਯਾਦਾਂ ਆਉਂਦੀਆਂ ਨੇ, ਕਿਉਂਕਿ ਆਪਾਂ ਇਕੱਠੇ ਰਹਿੰਦੇ ਸੀ, ਇੱਕੋ ਭਾਸ਼ਾ ਹੈ ਤੇ ਇੱਕੋ ਤਰ੍ਹਾਂ ਦਾ ਰਹਿਣਾ ਖਾਣਾ ਪੀਣਾ ਸਾਰਾ ਕੁਝ ਜੋ ਅੱਜ ਤੋਂ 35 ਸਾਲ ਪਹਿਲਾਂ ਆਪਣੇ ਇੱਥੇ ਇੰਡੀਆ ਸੀ ਉਹ ਹੁਣ ਉੱਥੇ ਹੈਗਾ। ਬਹੁਤ ਵਧੀਆ ਲੱਗਦਾ ਬੇਟੇ, ਬਹੁਤ ਚਾਅ ਹੈ ਮਨ 'ਚ। ਅਸੀਂ ਪਿਛਲੀ ਵਾਰ ਫਰਵਰੀ 'ਚ ਵੀ ਸਾਡਾ ਵੀਜ਼ਾ ਲੱਗਿਆ ਸੀ, ਫਿਰ ਅਸੀਂ ਇੱਦਾਂ ਹੀ ਤਿਆਰ ਹੋ ਕੇ ਆਏ ਤਾਂ ਮਤਲਬ ਜਥਾ ਹੀ ਕੈਂਸਲ ਹੋ ਗਿਆ। ਉਸ ਵੇਲੇ ਬਹੁਤ ਦੁੱਖ ਲੱਗਿਆ ਸੀ। ਜਾਣੀ ਹੁਣ ਆ ਜਿਹੜੇ 2 ਮਹੀਨੇ ਕੱਟੇ ਆ, ਸਾਨੂੰ ਪਤਾ ਵੀ ਬੜੀ ਤਕਲੀਫ 'ਚ ਕੱਟੇ ਆ। ਅੱਜ ਸਾਨੂੰ ਇੰਨਾ ਚਾਅ ਹੈ ਵੀ ਦੱਸ ਨਹੀਂ ਸਕਦੇ ਅਸੀਂ, ਬਹੁਤ ਜ਼ਿਆਦਾ ਚਾਅ ਹੈ, ਬਹੁਤ ਖੁਸ਼ੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਜਿਹੜਾ ਵਿਸਾਖੀ ਦਾ ਦਿਹਾੜਾ ਪਾਕਿਸਤਾਨ ਵਿਖੇ ਗੁਰਦੁਆਰਾ ਸ੍ਰੀ ਹਰਸਿਮਰਤ ਪੰਜਾਬ ਵਿਖੇ ਮਨਾਇਆ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਮੁੱਖ ਦਫ਼ਤਰ ਤੋਂ 437 ਜਿਹੜੇ ਸਿੱਖ ਸ਼ਰਧਾਲੂ ਆ ਅੱਜ ਪਾਕਿਸਤਾਨ ਲਈ ਰਵਾਨਾ ਹੋਣਗੇ, ਜਿਨ੍ਹਾਂ ਦੀ ਰਵਾਨਗੀ ਮਾਨਯੋਗ ਪ੍ਰਧਾਨ ਸਾਹਿਬ ਬੀਬੀ ਜਗੀਰ ਕੌਰ ਜੀ ਖੁਦ ਕਰਨਗੇ। ਇਹ ਜਥਾ ਅੱਜ ਪਾਕਿਸਤਾਨ ਵਿੱਚ ਵਾਹਗਾ ਬਾਰਡਰ ਦੇ ਥਰੂ ਐਂਟਰੀ ਕਰੇਗਾ। ਇਹਦੀ ਵਾਪਸੀ 22 ਅਪ੍ਰੈਲ ਨੂੰ ਹੋਏਗੀ। ਇਹ ਵਿਸਾਖੀ ਦਾ ਦਿਹਾੜਾ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਮਨਾਉਣ ਤੋਂ ਬਾਅਦ ਸਾਰੇ ਹੀ ਗੁਰਧਾਮਾਂ ਦੇ ਦਰਸ਼ਨ ਕਰੇਗਾ। ਔਰ ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਾਡੀ ਇਹਨਾਂ ਸਿੱਖ ਸੰਗਤਾਂ ਨੂੰ ਅਪੀਲ ਆ ਕਿ ਇਹ ਸਾਵਧਾਨੀਆਂ ਵਰਤਣ।
ਉੱਥੇ ਹੈਲਥ ਡਿਪਾਰਟਮੈਂਟ ਦੀਆਂ ਹਦਾਇਤਾਂ ਦੇ ਅਨੁਸਾਰ ਹੀ ਉੱਥੇ ਯਾਤਰਾ ਕਰਨੀ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇਹਨਾਂ ਹੀ ਫਿਰ ਮੁੜ ਹਾਜ਼ਰ ਹੁੰਦੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।